ਸਾਹਿਬ ਜੀ। ਧਰਨ ਗगन ਨਵਖੰਡ ਮੈਂ, ਜੋਤ ਸਵਰੂਪੀ ਰਹੋ ਭਰ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪਰਤਖ ਹਰ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪਰਤਖ ਹਰ। ਜਿਉ ਬੁਲਾਵੈ ਤਿਉ ਬੋਲਹਿ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਜ਼ੂਮ ਦੇ ਇਸ ਮਾਧਿਅਮ ਦੇ ਰਾਹੀਂ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਤੋਂ ਪਹਿਲੇ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਭਲੀ ਭਾਂਤ ਜਾਣਦੇ ਹੋ, ਆਉਣ ਵਾਲੀ 26 ਤਰੀਕ ਨੂੰ ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਤ, ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਹੀਦੀ ਗੁਰਪੁਰਬ ਹੈ। ਅਸੀਂ ਅੱਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੇ ਉੱਤੇ ਇੱਕ ਪੰਛੀ ਝਾਤ ਮਾਰਾਂਗੇ। ਸਤਿਗੁਰੂ ਜੀ ਦੇ ਕੀਤੇ ਪਰਉਪਕਾਰਾਂ ਨੂੰ ਚੇਤੇ ਕਰਾਂਗੇ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਇੱਕ ਵਾਰ ਸਾਰਿਆਂ ਨੂੰ ਬੇਨਤੀ ਹੈ ਕਿ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰੋ ਤੇ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ, ਸਤਨਾਮ ਸ਼੍ਰੀ ਵਾਹਿਗੁਰੂ। ਸਿੱਖ ਨਿਤਾ ਪ੍ਰਤੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਨਮੁਖ ਜਾਣ ਕੇ, ਅਕਾਲ ਪੁਰਖ ਨੂੰ ਸਨਮੁਖ ਜਾਣ ਕੇ ਕੁਝ ਅਰਦਾਸਾਂ ਕਰਦਾ ਹੈ। ਜਿਹੜੀ ਸਾਡੀ ਪੰਥਕ ਅਰਦਾਸ ਹੈ, ਜੋ ਕਿ ਅਸੀਂ ਅੰਮ੍ਰਿਤ ਵੇਲੇ, ਸ਼ਾਮਾਂ ਵੇਲੇ ਨਿਤਨੇਮ ਦੀ ਸਮਾਪਤੀ ਤੋਂ ਬਾਅਦ ਕਰਦੇ ਹਾਂ, ਅਤੇ ਹਰ ਸਮਾਗਮ ਦੀ ਸਮਾਪਤੀ ਤੇ ਜੋ ਪੰਥਕ ਅਰਦਾਸ ਕੀਤੀ ਜਾਂਦੀ ਹੈ, ਉਸ ਅਰਦਾਸ ਦੇ ਅੰਦਰ ਸਿੱਖ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਕੁਝ ਦਾਨ ਮੰਗਦਾ ਹੈ। ਉਹ ਦਾਨ ਹਨ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਇਹਨਾਂ ਦਾਨਾਂ ਦੇ ਵਿੱਚ ਦੋ ਦਾਨ ਹਨ, ਵਿਸਾ ਦਾਨ ਤੇ ਭਰੋਸਾ ਦਾਨ। ਵੇਖਣ ਵਿੱਚ ਵਿਸਾ ਤੇ ਭਰੋਸਾ ਬਿਲਕੁਲ ਨੇੜੇ ਦੇ ਸ਼ਬਦ ਹਨ, ਜਾਂ ਇਸ ਤਰ੍ਹਾਂ ਕਹਿ ਲਈਏ, ਵਿਸਾ ਤੇ ਭਰੋਸਾ ਇੱਕ ਦੂਜੇ ਦੇ ਪੂਰਕ ਹਨ। ਵਿਸਾ ਤੇ ਭਰੋਸਾ। ਇੱਕ ਬੇਨਤੀ ਦਾਸ ਕਰੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੱਥੇ ਵੀ ਆਪ ਜੀ ਵਿਸਾ ਸ਼ਬਦ ਪੜੋਗੇ, ਵਿਸਾ ਦਾ ਅਰਥ ਕੀਤਾ ਭਰੋਸਾ। ਜਿਸ ਤਰ੍ਹਾਂ ਅਸੀਂ ਇੱਕ ਬਚਨ ਪੜ੍ਹਦੇ ਹਾਂ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾ ਦਾ ਵੇਸਾ। ਇੱਥੇ ਵਿਸਾ ਦਾ ਅਰਥ ਹੈ ਭਰੋਸਾ। ਪਰ ਜਦੋਂ ਅਸੀਂ ਪੜ੍ਹਦੇ ਹਾਂ, ਸੰਤਾਂ ਪਰਵਾਸਾ ਤੇਰਾ, ਜਾਂ ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾਇਆ, ਉੱਥੇ ਭਰੋਸੇ ਜਾਂ ਪ੍ਰਵਾਸੇ ਦਾ ਅਰਥ ਹੈ ਆਸਰਾ।
ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਸ਼ਹੀਦੀ ਗੁਰਪੁਰਬ ਆ ਰਿਹਾ ਹੈ, ਜਿਨ੍ਹਾਂ ਬਾਰੇ ਭੱਟਾਂ ਨੇ ਕਿਹਾ ਕਿ ਤਰਨ ਗगन ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਤਾ ਜ਼ਿੰਦਗੀ ਇਹਨਾਂ ਦੋ ਅਲਫਾਜ਼ਾਂ ਦੀ ਪਰਿਕਰਮਾ ਕੀਤੀ, ਵਿਸਾਹ ਤੇ ਭਰੋਸੇ ਦੀ। ਆਪ ਜੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ। ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਤਾਂ ਸਾਨੂੰ ਵੀ ਪ੍ਰੇਰਨਾ ਦਿੰਦੇ ਨੇ ਕਿ ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ। ਤੇ ਨਾਲ ਹੀ ਪਾਤਸ਼ਾਹ ਕਹਿੰਦੇ ਏਕ ਆਸ ਹਰ ਮਨ ਰੱਖੋ, ਏਕ ਆਸ ਵਿਸਾਹ ਤੇ ਭਰੋਸਾ। ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। अष्टपदी मानुक की टेक, वृथि सब जान, देवन को एक भगवान, जिसकै दिया रह अघाए, बहुर न तृष्णा लागे आए। मारै राखै एको आप, मानुक कै किछ नाही हाथ। कदी धन गुरु अर्जन दे सच्चे पातशाह दे पावन बोल पढ़ो। पातशाह कहते मीत करै सोई हम माना, मीत के करतब कुशल समाना, एका टेक मेरा मन चीत, जिन किछ करना सो हमरा मीत। सतगुरु अपनी बाणी राही इको गल कहंदे मैं सब कुछ छोड़ प्रभ तू ही ते आया। आओ धन गुरु अर्जन दे सच्चे पातशाह जी दे जीवन ते एक पंछी झात मारीए। जदों धन गुरु रामदास सच्चे पातशाह ने असी भट्ट साहबाना दे बचन पढ़दे हां, अंत न पावत देव सबै, इंद्र महाशिव जोग करी, उन वेद बिरंच विचार रहो, हर जाप न छाड्यो एक करी, मथुरा जन को प्रभ दीन दयाल है, संगत सृष्ट निहाल करी, रामदास गुरु जग तारण को, गुर जोत अर्जुन माहे तरी। जदों धन गुरु अर्जन दे सच्चे पातशाह अंदर जोत टिकी ते उन्हां दे वड्डे भराता ਪ੍ਰਿਥੀ ਚੰਦ ਜਿਹੜਾ ਕਿ ਵੱਡਾ ਹੋਣ ਕਰਕੇ ਆਪਣੇ ਆਪ ਨੂੰ ਗੁਰਤਾ ਗੱਦੀ ਦਾ ਮਾਲਕ ਸਮਝਦਾ ਸੀ। ਗੁਰੂ ਪਿਆਰੀ ਸਾਧ ਸੰਗਤ ਦਾਸ ਇੱਕ ਬੇਨਤੀ ਕਰੇ, ਤਿੰਨ ਚੀਜ਼ਾਂ ਤੇ ਕਦੀ ਦਾਵਾ ਨਹੀਂ ਹੋ ਸਕਦਾ। ਪਹਿਲਾ, ਰੱਬ ਤੇ ਕੋਈ ਦਾਵਾ ਨਹੀਂ ਕਰ ਸਕਦਾ ਕਿ ਕੋਈ ਕਵੇ ਮੈਂ ਭਗਤੀ ਕਰਕੇ ਰੱਬ ਪਾ ਲਿਆ। ਰੱਬ ਕੇਵਲ ਤੇ ਕੇਵਲ ਹੁਣ ਮੇਰੇ ਪਿਓ ਦੀ ਮਲਕੀਅਤ ਹੈ। ਮਾਨਯੋਗ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ अक्सर क्या करते सन, जो मेरा है वो रब नहीं, जो रब है वो मेरा नहीं, आपन बापै नाहे किसे को, भावन को हर राजा। रब ते दावा नहीं। फिर दूजी गल दात ते दावा नहीं, दातै दात रखी हथ अपने, जिस भावै तिस देही, दात ते दावा नहीं। ते तीजी गल जोत ते दावा नहीं। भाई साहब भाई गुरदास ने लिखा दात जोत खसमै वडियाई, ਇਹ ਖਸਮ ਦੀ ਮੌਜ ਹੈ, ਇਸ ਦੇ ਅੰਦਰ ਉਹ ਜੋਤ ਟਿਕਾਣੀ ਹੈ। ਜਦੋਂ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਅੰਦਰ ਜੋਤ ਟਿੱਕੀ, ਵੱਡੇ ਭਰਾਤਾ ਪ੍ਰਿਥੀ ਚੰਦ ਨੇ ਬੜੀ ਵਿਰੋਧਤਾ ਕੀਤੀ। ਸ਼੍ਰੀ ਅੰਮ੍ਰਿਤਸਰ ਸ਼ਹਿਰ ਨੂੰ ਆਉਣ ਵਾਲੇ ਜਿਤਨੇ ਰਸਤੇ ਸਨ, ਉਹਨਾਂ ਰਸਤਿਆਂ ਤੇ ਆਪਣੇ ਮਸੰਦ ਬਿਠਾ ਦਿੱਤੇ। ਮਸੰਦ ਸੰਗਤ ਨੂੰ ਮਿਸਗਾਈਡ ਕਰਦੇ ਨੇ, ਕਿਉਂਕਿ ਅੱਜ ਵਾਂਗੂ ਮੀਡੀਆ ਨਹੀਂ, उस वेले हर सुनेहा मसंदा दे राही मिलदा सी। मसंद संगत नूं मिसगाइड करदे सन कि गुरु रामदास सच्चे पातशाह ਪ੍ਰਿਥੀ ਚੰਦ ਨੂੰ ਗੁਰਿਆਈ ਦੇ ਕੇ ਗਏ ਨੇ। संगत पासों सारी दर्शन पेट कार पेट दसवंध दी माया इकत्तर कर लैनी, पर जदों लंगर छकाण दी वारी आनी ना, धन गुरु अर्जन दे सच्चे पातशाह दे लंगरां विच भेज देगा। हुण एक ऐसा समा बन गया कि बाहरों माया आनी बंद हो गई ते लंगर मस्ताने हो गए। भाई साहब भाई गुरदास जी जो कि धन गुरु अर्जन दे सच्चे पातशाह दे रिश्ते विच मामा जी लगदे ने, वो धर्म प्रचार हित आगरे दी धरती ते हन। उन्हां नूं आगरे दी धरती ते पता लग्या भी गुरु रामदास सच्चे पातशाह प्रपुर प्याना कर गए ने, प्रपुर प्याना कर गए ने। भाई साहब भाई गुरदास जी जदों वापस आए, लंगर वेखे मस्ताने हो गए हैं।
ਤੇ ਭਾਈ ਗੁਰਦਾਸ ਜੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਕੋਲ ਗਏ ਤੇ ਆ ਕੀ ਬੇਨਤੀ ਕੀਤੀ, ਪਾਤਸ਼ਾਹ ਜੀਓ ਇਹਨਾਂ ਲੰਗਰਾਂ ਬਾਰੇ ਤਾਂ ਬਾਣੀ ਵਿੱਚ ਲਿਖਿਆ ਸੀ, ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਨ। ਇਹਨਾਂ ਲੰਗਰਾਂ ਬਾਰੇ ਤਾਂ ਕਿਹਾ ਸੀ ਰਸ ਅੰਮ੍ਰਿਤ ਖੀਰ ਘਿਆਲੀ। ਅੱਜ ਇਹ ਲੰਗਰ ਮਸਤਾਨੇ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਹੜੇ ਇੱਕ ਰੱਬ ਦੀ ਆਸ ਰੱਖਦੇ ਸਨ, ਇੱਕ ਰੱਬ ਦੀ ਟੇਕ ਰੱਖਦੇ ਸਨ, ਇੱਕ ਰੱਬ ਤੇ ਭਰੋਸਾ ਰੱਖਦੇ ਸਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਭਾਈ ਗੁਰਦਾਸ ਜੀ ਭਾਵੇਂ ਰੁੱਖਾ ਭੋਜਨ ਮਿਲ ਜਾਏ, ਭਾਵੇਂ ਉਹ ਵੀ ਖਾਣ ਨੂੰ ਨਾ ਮਿਲੇ, ਭਾਵੇਂ ਪਲੰਗ ਦੀ ਥਾਂ ਤੇ ਧਰਤੀ ਤੇ ਆਸਣ ਲਾਣਾ ਪਵੇ, ਸਭ ਕਬੂਲ ਹੈ। ਬਸ ਇੱਕ ਪਰਮਾਤਮਾ ਦੇ ਨਾਲ ਜਿਹੜਾ ਪਿਆਰ ਹੈ, ਇੱਕ ਪਰਮਾਤਮਾ ਦੀ ਜਿਹੜੀ ਪ੍ਰੀਤ ਹੈ, ਉਹ ਨਾ ਘਟੇ। ਕਦੀ ਬਾਣੀ ਦੇ ਬਚਨ ਪੜੋ, ਰੁੱਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੁਖ ਵਿਹਾਰ। ਉਹ ਗੱਲ ਵੱਖਰੀ। ਫਿਰ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੇ ਸੰਗਤਾਂ ਨੂੰ ਸੁਚੇਤ ਕੀਤਾ। ਉਸੇ ਤਰ੍ਹਾਂ ਗੁਰੂ ਘਰ ਦੇ ਲੰਗਰ ਦੁਬਾਰਾ ਚੱਲ ਪਏ। ਹੁਣ ਇਸ ਪ੍ਰਿਥੀ ਚੰਦ ਨੇ ਅਗਲੀ ਚਾਲ ਚੱਲੀ, ਸਰਕਾਰੇ ਦਰਬਾਰੇ ਆਪਣੀ ਪਹੁੰਚ ਕੀਤੀ। ਸਰਕਾਰ ਵੱਲੋਂ ਸਭ ਤੋਂ ਪਹਿਲੇ ਸੁਲਭੀ ਖਾਂ ਚੜ ਕੇ ਆਇਆ। ਉਹ ਕਿਸੇ ਕਾਰਨ ਰਸਤੇ ਵਿੱਚ ਹੀ ਖਤਮ ਹੋ ਗਿਆ। ਫਿਰ ਸੁਲਹੀ ਖਾਂ ਚੜ ਕੇ ਆਇਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਦੀਵਾਨ ਸਜਿਆ। ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ, ਪਾਤਸ਼ਾਹ ਆਪ ਜੀ ਦੇ ਭਰਾਤਾ ਪ੍ਰਿਥੀ ਚੰਦ ਦੇ ਕਹਿਣ ਤੇ ਸਰਕਾਰ ਵੱਲੋਂ ਸੁਲਹੀ ਖਾਂ ਸ਼੍ਰੀ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਚੜ੍ਹਾਈ ਕਰਕੇ ਆ ਰਿਹਾ ਹੈ। ਕਿਉਂ ਨਾ ਅਸੀਂ ਵੀ ਕੁਛ ਨਾ ਕੁਛ ਕਰੀਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਸਾ ਰਾਗ ਦਾ ਇੱਕ ਪਾਵਨ ਬਚਨ ਹੈ। ਆਸਾ ਰਾਗ ਦੇ ਅੰਦਰ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਉਸ ਵੇਲੇ ਸੰਗਤ ਦੇ ਅੰਦਰ ਕੁਛ ਮਤਾ ਕਹਿੰਦੇ ਸਲਾਹ ਨੂੰ, ਇੱਥੋਂ ਹੀ ਸ਼ਬਦ ਬਣਿਆ ਸੀ ਮੰਤਰੀ, ਸਲਾਹ ਦੇਣ ਵਾਲਾ। ਜਿਸ ਤਰ੍ਹਾਂ ਅਸੀਂ ਜਪਜੀ ਸਾਹਿਬ ਵਿੱਚ ਪੜ੍ਹਦੇ ਨਾ, ਅੰਤ ਨਾ ਜਾਪੇ ਕਿਆ ਮਨ ਮੰਤ, ਮੰਤ ਮੀਨਸ ਸਲਾਹ, ਮੰਤਰੀ ਸਲਾਹ ਦੇਣ ਵਾਲਾ। ਮਤਾ ਕਹਿੰਦੇ ਸਲਾਹ ਨੂੰ। ਸੰਗਤ ਦੇ ਅੰਦਰ ਕੁਝ ਮਤੇ ਰੱਖੇ ਗਏ। ਪਹਿਲਾ ਮਤਾ ਸੀ ਕਿ ਅਸੀਂ ਸਰਕਾਰ ਦੇ ਨਾਮ ਇੱਕ ਚਿੱਠੀ ਲਿਖੀਏ, ਸਰਕਾਰ ਨੂੰ ਲਿਖਤੀ ਰੂਪ ਦੇ ਅੰਦਰ ਦਸੀਏ, ਚਿੱਠੀ ਭੇਜ ਕੇ ਦਸੀਏ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪ੍ਰਿਥੀ ਚੰਦ ਨੂੰ ਨਹੀਂ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਗੁਰਿਆਈ ਦੇ ਕੇ ਗਏ ਹਨ। ਪ੍ਰਿਥੀ ਚੰਦ ਬਿਨਾਂ ਕਿਸੇ ਗੱਲੋਂ ਵਿਰੋਧਤਾ ਕਰ ਰਿਹਾ ਹੈ। ਜਦੋਂ ਮਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸਨਮੁਖ ਰੱਖਿਆ ਨਾ, ਮਹਾਰਾਜ ਕਹਿੰਦੇ ਕੋਈ ਚਿੱਠੀ ਲਿਖਣ ਦੀ ਲੋੜ ਨਹੀਂ। ਫਿਰ ਦੂਜਾ ਮਤਾ ਰੱਖਿਆ, ਦੋ ਦਾਨੇ ਬੀਨੇ ਪੁਰਸ਼, ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ, ਬਾਬਾ ਬੁੱਢਾ ਜੀ ਵਰਗੇ, ਉਹਨਾਂ ਨੂੰ ਭੇਜਿਆ ਜਾਵੇ, ਉਹ ਜਾ ਕੇ ਦੱਸਣ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਕੋਈ ਕਸੂਰ ਨਹੀਂ। ਮਹਾਰਾਜ ਕਹਿੰਦੇ ਕਿਸੇ ਨੂੰ ਭੇਜਣ ਦੀ ਲੋੜ ਨਹੀਂ। ਫਿਰ ਤੀਜਾ ਮਤਾ ਰੱਖਿਆ, ਜੇ ਚਿੱਠੀ ਨਹੀਂ ਲਿਖਣੀ, ਦਾਨੇ ਬੀਨੇ ਪੁਰਸ਼ਾਂ ਨੂੰ ਨਹੀਂ ਭੇਜਣਾ, ਆਓ ਅਸੀਂ ਵੀ ਤਿਆਰੀ ਸ਼ੁਰੂ ਕਰੀਏ, ਸੁਲਹੀ ਖਾਂ ਆ ਰਿਹਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਕੋਈ ਤਿਆਰੀ ਕਰਨ ਦੀ ਲੋੜ ਨਹੀਂ। ਸੰਗਤ ਨੇ ਹੱਥ ਜੋੜੇ, ਪਾਤਸ਼ਾਹ ਚਿੱਠੀ ਨਹੀਂ ਲਿਖਦੀ, ਦਾਨੇ ਬੀਨੇ ਪੁਰਸ਼ਾਂ ਨੂੰ ਨਹੀਂ ਭੇਜਣਾ, ਤਿਆਰੀ ਨਹੀਂ ਕਰਨੀ, ਕਰੀਏ ਕੀ? ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇੱਕ ਰੱਬ ਦੀ ਟੇਕ, ਵਿਸਾਹ ਭਰੋਸਾ, ਜਿੱਥੋਂ ਗੱਲ ਸ਼ੁਰੂ ਕੀਤੀ ਹੈ। ਇੱਕ ਰੱਬ ਦੀ ਟੇਕ, ਇੱਕ ਰੱਬ ਦਾ ਆਸਰਾ, ਇੱਕ ਰੱਬ ਨੂੰ ਚੇਤੇ ਕਰ ਰਹੇ ਹਾਂ। ਤੁਸੀਂ ਵੀ ਮੇਰੇ ਨਾਲ ਰੱਬ ਦੀ ਟੇਕ ਰੱਖੋ, ਰੱਬ ਨੂੰ ਚੇਤੇ ਕਰੋ, ਫਿਰ ਵੇਖੋ ਪ੍ਰਮਾਤਮਾ ਕੈਸੀ ਕਲਾ ਵਰਤਾਉਂਦਾ ਹੈ। ਇਹ ਆਸਾ ਰਾਗ ਦਾ ਬਚਨ ਹੈ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਪਹਿਲਾ ਮਤਾ ਰੱਖਿਆ ਚਿੱਠੀ ਲਿਖੀ ਜਾਵੇ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਇ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਛ ਕਰੋ ਉਪਾਇਆ। ਤੇ ਮਹਾਰਾਜ ਕਹਿੰਦੇ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ, ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ, ਏਕਾ ਟੇਕ ਮੇਰਾ ਮਨ ਚੀਤ, ਵਿਸਾਹ ਤੇ ਭਰੋਸਾ। ਤੇ ਫਿਰ ਕੀ ਹੋਇਆ? ਉਸ ਸੁਲਹੀ ਖਾਂ ਇੱਕ ਰਾਤ ਪਹਿਲੇ ਪ੍ਰਿਥੀ ਚੰਦ ਦੇ ਸਹੁਰੇ ਪਿੰਡ ਆ ਗਿਆ। ਹੁਣ ਦੇਖੋ, ਸਾਡੇ ਘਰ ਕੋਈ ਆਵੇ ਨਾ, ਸਾਡੀ ਫਿਦਰਤ ਹੈ, ਜਿੱਥੇ ਅਸੀਂ ਆਪਣਾ ਘਰ ਵਿਖਾਉਂਦੇ ਹਾਂ,
ਉੱਥੇ ਆਪਣੇ ਕਾਰੋਬਾਰੀ ਅਦਾਰੇ ਵੀ ਵਿਖਾਉਂਦੇ ਆ ਕਿ ਅਸੀਂ ਕਿੰਨੀ ਕੁ ਤਰੱਕੀ ਕੀਤੀ ਹੈ। ਹੁਣ ਸੁਲਹੀ ਖਾਂ ਦੇ ਜਦੋਂ ਪਹੁੰਚਿਆ ਨਾ ਪ੍ਰਿਥੀ ਚੰਦ, ਜਿੱਥੇ ਆਪਣਾ ਕਾਰੋਬਾਰ ਵਿਖਾਉਣ ਲੱਗਦਾ ਹੈ, ਜਿੱਥੇ ਆਪਣਾ ਘਰ ਵਿਖਾਉਂਦਾ ਹੈ, ਜਦੋਂ ਆਪਣਾ ਕਾਰੋਬਾਰੀ ਅਦਾਰਾ ਵਿਖਾਉਂਦਾ ਕਿ ਮੈਂ ਵੇਖੋ ਕਿੰਨਾ ਸੋਹਣਾ ਕਾਰੋਬਾਰ, ਕਿੰਨੀ ਕੁ ਤਰੱਕੀ ਹੈ, ਮੈਨੂੰ ਕਿਸੇ ਗੱਲ ਦੀ ਕਮੀ ਨਹੀਂ, ਗੁਰਤਾ ਗੱਦੀ ਤਾਂ ਕੇਵਲ ਤੇ ਕੇਵਲ ਮੈਂ ਸੇਵਾ ਲਈ ਲੈਣੀ ਚਾਹੁੰਦਾ ਹਾਂ। ਹੁਣ ਸੁਲਹੀ ਖਾਂ ਕੀ ਦੇਖਦਾ ਹੈ, ਪ੍ਰਿਥੀ ਚੰਦ ਵਿਖਾਉਂਦਾ ਕਿ ਉਸਦੇ ਇੱਟਾਂ ਦੇ ਆਵੇ ਨੇ, ਇੱਟਾਂ ਦੇ ਆਵੇ ਜਿੱਥੇ ਇੱਟਾਂ ਤਿਆਰ ਹੁੰਦੀਆਂ ਨੇ, ਜਿਹਨੂੰ ਅਸੀਂ ਪੱਠੇ ਕਹਿੰਦੇ ਆ, ਬ੍ਰਿਕ ਕੰਪਨੀ। ਹੁਣ ਸੁਲਹੀ ਖਾਂ ਆਪਣੇ ਘੋੜੇ ਤੇ ਚੜ ਕੇ ਇੱਟਾਂ ਦੇ ਆਵੇ ਤੱਕ ਰਿਹਾ। ਅੱਗ ਦਾ ਸੇਕ ਇਤਨਾ ਵਧਿਆ ਕਿ ਅੱਗ ਦੇ ਸੇਕ ਦੇ ਨਾਲ ਸੁਲਹੀ ਖਾਂ ਦਾ ਘੋੜਾ ਤ੍ਰਬਕਿਆ ਤੇ ਉਹ ਸੁਲਹੀ ਖਾਂ ਸਮੇਤ ਘੋੜੇ ਅੱਗ ਵਿੱਚ ਸੜ ਕੇ ਸਵਾਹ ਹੋ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕੋਲ ਖਬਰ ਪਹੁੰਚੀ, ਮਹਾਰਾਜ ਜਿਹੜਾ ਸੁਲਹੀ ਖਾਂ ਬਿਨਾਂ ਕਿਸੇ ਗੱਲੋਂ ਸ਼੍ਰੀ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਚੜ੍ਹਾਈ ਕਰਕੇ ਆ ਰਿਹਾ ਸੀ ਨਾ, ਅੱਗ ਵਿੱਚ ਸੜ ਕੇ ਸਵਾਹ ਹੋ ਗਿਆ। ਮਹਾਰਾਜ ਨੇ ਉਸੇ ਵੇਲੇ ਸਰੰਦਾ ਫੜਿਆ ਤੇ ਸ਼ਬਦ ਉਚਾਰਨ ਕੀਤਾ, ਸੁਲਹੀ ਤੇ ਨਾਰਾਇਣ ਰਾਖ। ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਮੁਆ ਹੁਆ ਨਾ ਪਾਕ। ਪਾਕ ਕਹਿੰਦੇ ਪਵਿੱਤਰ ਨੂੰ, ਨਾ ਪਾਕ ਆ ਪਵਿੱਤਰ, ਕਿਉਂਕਿ ਉਹਨਾਂ ਦੀ ਸ਼ਰ੍ਹਾ ਦੇ ਮੁਤਾਬਕ ਅੱਗ ਵਿੱਚ ਸੜ ਕੇ ਮਰਨਾ ਪਵਿੱਤਰ ਮੌਤ ਮੰਨਿਆ ਜਾਂਦਾ ਹੈ। ਗੁਰੂ ਪਿਆਰੀ ਸਾਧ ਸੰਗਤ, ਉਸ ਤੋਂ ਬਾਅਦ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਦ ਬੀੜ ਦੀ ਸੰਪਾਦਨਾ ਕਰ ਰਹੇ ਨੇ, ਬਾਣੀ ਨੂੰ ਇਕੱਤਰ ਕਰ ਰਹੇ ਨੇ, ਕਿਉਂਕਿ ਅਸੀਂ ਉਹਨਾਂ ਨੂੰ ਬਾਣੀ ਦੇ ਬੋਹਿਤ ਵੀ ਕਹਿੰਦੇ ਹਾਂ, ਉਹਨਾਂ ਨੇ ਬਾਣੀ ਵੀ ਉਚਾਰਨ ਕੀਤੀ, ਬਾਣੀ ਨੂੰ ਇਕੱਤਰ ਵੀ ਕੀਤਾ, ਤੇ ਕਿਸੇ ਨੇ ਸਰਕਾਰੇ ਦਰਬਾਰੇ ਮੇਜ਼ਰਨਾਮਾ ਭੇਜ ਦਿੱਤਾ। ਇਹ ਫਾਰਸੀ ਦਾ ਸ਼ਬਦ ਹੈ। ਅਸੀਂ ਇੱਕ ਸ਼ਬਦ ਪੜ੍ਹਦੇ ਜਫਰਨਾਮਾ, ਨਾਮਾ ਫਾਰਸੀ ਦਾ ਸ਼ਬਦ ਹੈ, ਨਾਮਾ ਕਹਿੰਦੇ ਚਿੱਠੀ ਨੂੰ, ਹੁਕਮਨਾਮਾ ਹੁਕਮ ਦੀ ਚਿੱਠੀ, ਜਫਰ ਕਹਿੰਦੇ ਜਿੱਤ, ਜਫਰਨਾਮਾ ਜਿੱਤ ਦੀ ਚਿੱਠੀ, ਮੇਜ਼ਰਨਾਮਾ ਸ਼ਿਕਾਇਤ ਦੀ ਚਿੱਠੀ। ਸਰਕਾਰੇ ਦਰਬਾਰੇ ਚਿੱਠੀ ਭੇਜ ਦਿੱਤੀ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੱਕ ਐਸਾ ਗ੍ਰੰਥ ਤਿਆਰ ਕਰ ਰਹੇ ਨੇ ਜਿਸ ਦੇ ਅੰਦਰ ਇਸਲਾਮ ਦੇ ਖਿਲਾਫ ਲਿਖਿਆ ਹੈ, ਇਸਲਾਮ ਦੇ ਖਿਲਾਫ ਲਿਖਿਆ ਹੈ। ਸਰਕਾਰੀ ਅਹਿਲਕਾਰ ਆਏ, ਭਾਈ ਸਾਹਿਬ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਦੀ ਡਿਊਟੀ ਲੱਗ ਗਈ। ਉਹ ਸਰਕਾਰੀ ਅਹਿਲਕਾਰ ਕਹਿਣ ਲੱਗੇ, ਸਾਨੂੰ ਸ਼ਿਕਾਇਤ ਮਿਲੀ ਹੈ ਕਿ ਤੁਸੀਂ ਜਿਹੜਾ ਗ੍ਰੰਥ ਤਿਆਰ ਕਰ ਰਹੇ ਹੋ ਇਸਲਾਮ ਦੇ ਖਿਲਾਫ ਲਿਖਿਆ ਹੈ, ਸਾਨੂੰ ਵਿੱਚੋਂ ਵਿੱਚੋਂ ਬਾਣੀ ਦੇ ਦਰਸ਼ਨ ਕਰਾਓ, ਪਾਠ ਸੁਣਾਓ। ਬਾਬਾ ਬੁੱਢਾ ਜੀ ਭਾਈ ਗੁਰਦਾਸ ਨੇ ਕਿਰਪਾ ਕੀਤੀ, ਜਦੋਂ ਬਾਣੀ ਦਾ ਪਾਠ ਸੁਣਾਇਆ ਨਾ, ਆਵਾਜ਼ ਆਈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆ, ਕੋਈ ਅਲਾ। आवाज आई उठ फरीदा उजू साज, सुबह निवाज गुजार। आवाज आई एक नूर ते सब जग उपजिया, कौन भले को मंदे। वो जेडे सरकारी अहलकार सन उन्होंने नमस्कार की। ये तो साझा ग्रंथ है। ते गुरु प्यारी साध संगत में एक बेनती करा, अज सिख नूं अहंकार मार गया कि गुरु ग्रंथ साहिब साडा है, दूजियां नूं अज्ञानता मार गई, कहते गुरु ग्रंथ साहिब तुहाडा है। ਇਹ ਸਾਡਾ ਤੁਹਾਡਾ ਨਹੀਂ, ਇਹ ਗ੍ਰੰਥ ਸਾਰਿਆਂ ਦਾ ਸਾਂਝਾ ਹੈ। ਹੁਣੇ ਤੁਸੀਂ ਸੋਦਰ ਦਾ ਪਾਠ ਕੀਤਾ ਹੈ, ਇੱਕ ਬਚਨ ਪੜਿਆ, ਭਈ ਪ੍ਰਾਪਤ ਮਾਨੁਖ ਦੇਹੁਰੀਆ। ਜੇ ਸਿੱਖਾਂ ਦਾ ਗ੍ਰੰਥ ਹੁੰਦਾ ਤੇ ਮਹਾਰਾਜ ਲਿਖਦੇ ਸਿੱਖ ਦੇਹੁਰੀਆ, ਜੈਨੀ ਦੇਹੁਰੀਆ, ਬੋਧੀ ਦੇਹੁਰੀਆ, ਪਰ ਮਾਨੁਖ ਦੇਹੁਰੀਆ ਹੈ ਕਿਉਂਕਿ ਮਨੁੱਖਤਾ ਦੇ ਗੁਰੂ ਨੇ, ਮਨੁੱਖਤਾ ਲਈ ਉਪਦੇਸ਼ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਗੁਰੂ ਅਰਜਨ ਦੇਵ ਮਹਾਰਾਜ ਤਾਂ ਕਹਿੰਦੇ ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਪੂਰੇ ਯੂਨੀਵਰਸ ਦੀ ਅਰਦਾਸ ਕੀਤੀ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਉਹ ਜਿਹੜੇ ਸਰਕਾਰੀ ਅਹਿਲਕਾਰ ਆਏ ਸਨ ਉਹਨਾਂ ਨੇ ਤਾਂ ਨਮਸਕਾਰ ਕੀਤੀ, ਸਾਂਝਾ ਗ੍ਰੰਥ ਹੈ। ਮਹਾਰਾਜ ਨੂੰ ਖਬਰ ਪਹੁੰਚੀ, ਮਹਾਰਾਜ ਨੇ ਨਾ ਇੱਕ ਸ਼ਬਦ ਉਚਾਰਨ ਕੀਤਾ, ਜੇ ਮੈਂ ਨਾ ਭੁੱਲਦਾ ਹੋਵਾਂ 199 ਅੰਗ ਦੇ ਉੱਤੇ ਇਹ ਸ਼ਬਦ ਹੈ। ਗੌੜੀ ਰਾਗ ਵਿੱਚ ਮਹਾਰਾਜ ਕਹਿੰਦੇ ਮੇਜ਼ਰ ਝੂਠਾ ਕੀਤਨ ਆਪ, ਆਪ ਦੇ ਪੱਪੇ ਨੂੰ ਸਿਆਰੀ, ਆਪ ਪਰਮਾਤਮਾ ਨੇ ਜਿੰਦੀ ਮੈਂ ਟੇਕ ਲਈ, ਜਿੰਦਾ ਮੈਂ ਭਰੋਸਾ ਤੱਕਿਆ, ਜਿੰਦੇ ਤੇ ਮੈਂ ਵਿਸ਼ਵਾਸ ਕੀਤਾ, ਉਸ ਪਰਮਾਤਮਾ ਨੇ ਆਪ ਵਿੱਚ ਵਰਤ ਕੇ ਮੇਰੇ ਖਿਲਾਫ ਲਿਖੇ ਮੇਜ਼ਰਨਾਮੇ ਨੂੰ, ਸ਼ਿਕਾਇਤਨਾਮੇ ਨੂੰ ਝੂਠਾ ਸਿੱਧ ਕਰ ਦਿੱਤਾ। ਦੇਖੋ ਗੁਰੂ ਪਿਆਰੀ ਸਾਧ ਸੰਗਤ, ਹੁਣ ਪ੍ਰਿਥੀ ਚੰਦ ਦੇ ਮਨ ਵਿੱਚ ਬਸ ਇੱਕ ਆਸ ਹੈ,
वो आस की कि चलो मैनू गुरता गद्दी नहीं मिली, कोई गल नहीं, पर कल नू मेरे पुत्र मेहरबान ने, क्योंकि प्रिथी चंद का पुत्र है मेहरबान, मेहरबान का पुत्र है हरजी, हरजी का पुत्र है चतुरभुज, एक वखरी लड़ी है। कल नू मेरा पुत्र मेहरबान इस गुरता गद्दी का मालक बनेगा, क्योंकि गुरु अर्जन देव सच्चे पातशाह के घर कोई औलाद नहीं है। ये मन दे विच आस धारी है प्रिथी चंद ने, इस आस नूं धार के वो अपना जीवन बतीत कर रहे हैं। पर जो समा बनिया, बाबा बुढ़ा जी ने अरदास की, गुरु नानक साहब की जाहर कला वरत की, गुज्जी छन्नी नाही बात, गुरु नानक तुठा कीनी दात, धन गुरु हरगोबिंद साहिब सच्चे पातशाह का अवतार होया। गुरु प्यारी साध संगत दस कई बार एक बेनती करया करदा है, जो मीह पैंदा ना, मीह पैण दे नाल हर चीज ठंडी हो जाती है, पर रब ना करे वो मीह किथे चूने ते पै जावे ना, ते चूने विचों अग निकलती है, अग। बालक हरगोबिंद जी ने अवतार धारण किया, पूरे सिख जगत ने खुशियां मनाइयां, पर वो प्रिथी चंद जिहड़ा चूने की बिरती का मालक सी, वो सड़ के सवाह हो गया। उस प्रिथी चंद ने पैसे का लालच दे के, क्योंकि सियाणियां ने कहा है, वैसे रब्बी बाणी दे भी बचन ने, महाराज कहते लोभ विकार जिना मन लागा, हर विसरिया पुरख चंगेरा। कुत्ता अपने मालक का वफादार है, पर जदों कुत्ते नूं हलक पैंदा ना, हलकिया कुत्ता कदी मालक नूं वड्डण तो भी गुरेज नहीं करता। जो कुकर हरकाया धावे दा दिस जाए। हुण पैसे का लालच दिता, पहले दाई राही दाई ने अपने अस्थना ते जहर ला के बालक हरगोबिंद जी नूं वो दुध पिलाण की कोशिश की, पर बालक हरगोबिंद जी का कुछ नहीं बिगड़िया। जहर फैलन करके दाई की मौत हो गई, पर मरदे मरदे उन्हें सारी गल दस दी। फिर सपेरे नूं भेजिया, वो सप उल्टा सपेरे नूं ही लड़ गया। फिर गुरु घर दे रसोईए नूं पैसे का लालच दिता, दही दे विच जहर मिला के बालक हरगोबिंद जी नूं खिलाउण की कोशिश की, पर जदों बालक हरगोबिंद जी ने दही ना खाधा, वो दही कुत्ते नूं पाया गया, कुत्ता मर गया, सारा पाज उगड़ गया। इतिहास कहता है कि उस वेले उस दुष्ट ब्राह्मण रसोईए दे पेट भी सूल उठिया, सूल करके उसकी मौत हुई। मरदे मरदे उन्हें भी दस दिता कि मैं पैसे दे लालच विच कार्ज किया। सतगुर ने उस वेले बाणी दे अंदर वचन उच्चारण किया, महाराज कहते लेप ना लागो तिल का मूल, दुष्ट ब्राह्मण मुआ होए कै सूल। सतगुरु कहते मैं मालक की आस रखी, मालक की टेक, मालक का भरोसा, मेरे बालक हरगोबिंद का कुछ नहीं बिगड़िया। जेड़े नुकसान पहुंचाण आए सन, भावे दाई सी, भावे सपेरा सी, ते भावे दुष्ट ब्राह्मण सी, अज उन्हां दा जो हशर होया तुहाडे सामने है। फिर गुरु प्यारी साध संगत, जो शीतला ने घेरिया ना, देखो तन ते रोग आउंदे ने, जदों भी तन ते कोई रोग आवे, एक तां इलाज कराओ, एक उस मालक दे अगे अरदास करो कि रोगन ते अरसोगन ते जलजोगन ते वो भांत बचावे। सियाणे ने एक तत्त कढ़िया, जो काम दवा से नहीं होता वो काम दुआ से होता है, जब मुर्शद कामल मिलता है तो मेल खुदा से होता है। जदों एक डॉक्टर नूं केस समझ ना आवे ना, वो कई डॉक्टरां दी टीम बुला लैंदा है, ते महाराज बाणी विच कहंदे वैदा संदा संग इकट्ठा होया, डॉक्टरां दा इकट्ठ हो गया, पर औखद आए रास विच आप खलोया। जदों आप विच वरतदा ना, उदों दवाई असर करती है। गुरु प्यारी साध संगत, बालक हरगोबिंद जी नूं शीतला ने घेरिया, महाराज ने किसी शीतला माई की पूजा नहीं की, इलाज कराया, एक अरदास की। आप जी कभी दुख भंजनी साहब का पाठ करो, एक शब्द है रब्बी बाणी का, दुख भंजनी साहब विच भी आप जी पढ़ते हो। मैं केवल रहाव की पंक्ति आप जी के सामने रखांगा। हर जियो तू सुख संपत रास, राख लियो भाई मेरे को प्रभ आगे अरदास। इत्थे जिहड़ा भाई शब्द है ना, कदी इहदे अर्थ पढ़ के वेखो।
ਆਪ ਜੀ ਦਿੱਲੀ ਦੀ ਸੰਗਤ ਵੀ ਜੁੜੀ ਹੈ। ਦਿੱਲੀ ਤੋਂ ਤੁਸੀਂ ਜਦੋਂ ਬਹਾਦਰਗੜ੍ਹ ਰੋਹਤਕ ਸਾਈਡ ਜਾਓਗੇ ਨਾ, ਜਿਹੜਾ ਜਾਟਾਂ ਦਾ ਇਲਾਕਾ ਹੈ, ਇਹ ਜਾਟ ਲੋਕ ਛੋਟੇ ਬੱਚੇ ਨੂੰ ਭਾਈ ਕਹਿੰਦੇ ਨੇ। ਜਿਸ ਤਰ੍ਹਾਂ ਅਸੀਂ ਕਹਿੰਦੇ ਨਾ ਬੱਚੇ ਨੂੰ ਸੰਭਾਲਣਾ, ਅਰੇ ਭਾਈ ਕੋ ਸੰਭਾਲਿਓ। ਭਾਈ ਦਾ ਅਰਥ ਹੈ ਛੋਟਾ ਬੱਚਾ। ਤੁਸੀਂ ਜਿਹੜੀ ਮੋਬਾਈਲ ਦੇ ਅੰਦਰ ਐਪਲੀਕੇਸ਼ਨ ਹੈ ਨਾ, ਅਰਥ ਪੜ੍ਹ ਕੇ ਵੇਖੋ ਤੇ ਸਮਾਲ ਚਾਈਲਡ ਕੀਤਾ ਹੈ, ਭਾਵ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੱਲ ਇਸ਼ਾਰਾ ਹੈ। ਸ਼ੀਤਲਾ ਨੇ ਘੇਰਿਆ, ਮਹਾਰਾਜ ਨੇ ਅਰਦਾਸ ਕੀਤੀ, ਇਲਾਜ ਕਰਾਇਆ, ਤੇ ਜਦੋਂ ਕਿਰਪਾ ਹੋ ਗਈ, ਮਾਲਕ ਦੀ ਟੇਕ ਰੱਖੀ, ਮਾਲਕ ਦਾ ਆਸਰਾ ਤੱਕਿਆ, ਤੇ ਮਹਾਰਾਜ ਨੇ ਫਿਰ ਕਿਹਾ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰਗੋਬਿੰਦ ਨਵਾਂ ਨਿਰੋਇਆ। ਨੇਤਰ ਪ੍ਰਕਾਸ਼ ਕੀਆ ਗੁਰਦੇ, ਭਰਮ ਗਏ ਪੂਰਨ ਭਈ ਸੇਵ, ਸ਼ੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਸਮਾਂ ਨੇੜੇ ਆ ਰਿਹਾ ਹੈ, ਆਓ ਹੁਣ ਆਪਣੀ ਸੁਰਤ ਨੂੰ ਲੈ ਜਾਈਏ ਲਾਹੌਰ ਦੀ ਪਾਵਨ ਧਰਤੀ ਤੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੇ ਕਈ ਕਾਰਨ ਨੇ, ਕਾਰਨਾਂ ਵੱਲ ਨਹੀਂ ਜਾਣਾ। ਜਿਹੜੀ ਸ਼ਹਾਦਤ ਹੈ ਉਹ ਕਿਉਂ ਹੋਈ, ਕੀ ਕਾਰਨ ਨੇ, ਉਸ ਪਾਸੇ ਵੱਲ ਨਹੀਂ ਚੱਲਾਂਗੇ। ਹਾਂ, ਉਹ ਸ਼ਹਾਦਤ ਹੋਈ ਯਾਸਾ ਦੇ ਕਾਨੂੰਨ ਦੇ ਮੁਤਾਬਕ। ਯਾਸਾ ਦਾ ਕਾਨੂੰਨ 1218 ਦੇ ਅੰਦਰ ਚੰਗੇਜ਼ ਖਾਨ ਨੇ ਆਪਣੀ ਵਿਧਾਨ ਸਭਾ ਵਿੱਚ ਤਿਆਰ ਕੀਤਾ ਸੀ। ਚੰਗੇਜ਼ ਖਾਨ ਦੀ ਇੱਕ ਸੋਚ ਸੀ, ਜਦੋਂ ਕਿਸੇ ਪਵਿੱਤਰ ਆਤਮਾ ਨੂੰ ਸ਼ਹੀਦ ਕੀਤਾ ਜਾਂਦਾ ਹੈ, ਉਸ ਦੇ ਸਰੀਰ ਵਿੱਚੋਂ ਜਿੰਨੀਆਂ ਖੂਨ ਦੀਆਂ ਬੂੰਦਾਂ ਧਰਤੀ ਤੇ ਡਿੱਗਦੀਆਂ ਨੇ, ਉਤਨੇ ਹੋਰ ਸ਼ਹੀਦ ਪੈਦਾ ਹੁੰਦੇ ਨੇ। ਇਸ ਗੱਲ ਨੂੰ ਮੁੱਖ ਰੱਖਦਿਆਂ ਚੰਗੇਜ਼ ਖਾਨ ਨੇ 1218 ਵਿੱਚ ਯਾਸਾ ਦਾ ਕਾਨੂੰਨ ਤਿਆਰ ਕੀਤਾ। ਜਿਸ ਤਰ੍ਹਾਂ ਅੱਜ ਅਸੀਂ ਕਹਿੰਦੇ ਫਲਾਣੀ ਧਾਰਾ ਲੱਗ ਗਈ, ਫਲਾਣੀ ਧਾਰਾ ਲੱਗ ਗਈ, ਇੱਕ ਧਾਰਾ ਹੀ ਹੈ ਸਮਝ ਲਓ। 1218 ਵਿੱਚ ਚੰਗੇਜ਼ ਖਾਨ ਨੇ ਯਾਸਾ ਦਾ ਕਾਨੂੰਨ ਤਿਆਰ ਕੀਤਾ। ਉਹਦੀ ਸੋਚ ਸੀ ਵੀ ਜਦੋਂ ਕਿਸੇ ਪਵਿੱਤਰ ਆਤਮਾ ਨੂੰ ਸ਼ਹੀਦ ਕੀਤਾ ਜਾਂਦਾ ਹੈ, ਜਿੰਨੀਆਂ ਬੂੰਦਾਂ ਸਰੀਰ ਦੀਆਂ ਧਰਤੀ ਤੇ ਡਿੱਗਦੀਆਂ ਨੇ, ਉਤਨੇ ਹੋਰ ਸ਼ਹੀਦ ਪੈਦਾ ਹੁੰਦੇ ਨੇ। ਤਾਂ ਉਹਨੇ ਯਾਸਾ ਦਾ ਕਾਨੂੰਨ ਤਿਆਰ ਕੀਤਾ। ਇਸ ਕਾਨੂੰਨ ਦੇ ਤਹਿਤ ਇਸ ਤਰ੍ਹਾਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ, ਦੇਗ ਵਿੱਚ ਉਬਾਲਣਾ, ਤੱਤੀ ਤਵੀ ਤੇ ਬਿਠਾਣਾ, ਭਾਵ ਜਿਹਨੂੰ ਸ਼ਹੀਦ ਕਰ ਰਹੇ ਨੇ ਉਹਦਾ ਖੂਨ ਅੰਦਰ ਹੀ ਅੰਦਰ ਸੁੱਕ ਜਾਏ, ਬਲੀਡਿੰਗ ਨਾ ਹੋਵੇ, ਖੂਨ ਬਾਹਰ ਨਾ ਆਵੇ, ਕਿਉਂਕਿ ਜੇ ਖੂਨ ਬਾਹਰ ਆ ਗਿਆ ਹੋਰ ਸ਼ਹੀਦ ਪੈਦਾ। ਹੁਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਵੀ ਯਾਸਾ ਦੇ ਕਾਨੂੰਨ ਦੇ ਤਹਿਤ ਸ਼ਹੀਦ ਕੀਤਾ ਵੀ ਇੱਥੇ ਅਸੀਂ ਗੱਲ ਮੁਕਾਣੀ ਹੈ, ਸ਼ਹੀਦ ਕਰਕੇ ਗੱਲ ਮੁਕਾ ਦੇਣੀ ਹੈ, ਚੈਪਟਰ ਅੱਗੇ ਨਾ ਖੁੱਲੇ। ਪਰ ਗੁਰੂ ਪਿਆਰੀ ਸਾਧ ਸੰਗਤ ਯਾਦ ਰੱਖਣਾ, ਇੱਕ ਗ੍ਰੰਥ ਹੈ ਮਹਾਨ ਕੋਸ਼, ਇਨਸਾਈਕਲੋਪੀਡੀਆ ਆਫ ਸਿੱਖੀਜ਼ਮ, ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ। ਉਹਨੂੰ ਕਦੀ ਪੜ੍ਹ ਕੇ ਵੇਖੋ। ਉਸ ਗ੍ਰੰਥ ਦੇ ਅੰਦਰ ਇੱਕ ਕੁਕਨਸ ਪੰਛੀ ਦਾ ਜ਼ਿਕਰ ਹੁੰਦਾ ਹੈ। ਭਾਈ ਕਾਹਨ ਸਿੰਘ ਨਾਭਾ ਲਿਖਦੇ ਨੇ, ਜਦੋਂ ਬਸੰਤ ਰੁੱਤ ਦੇ ਅੰਦਰ ਉਹ ਕੁਕਨਸ ਪੰਛੀ ਦੀਪਕ ਰਾਗ ਅਲਾਪਦਾ ਹੈ, ਉਹ ਸੜ ਕੇ ਸਵਾਹ ਹੋ ਜਾਂਦਾ ਹੈ। ਪਰ ਜਦੋਂ ਦੀ ਰਾਖ ਨੂੰ ਨੇੜੇ ਜਾ ਕੇ ਫਲੋਰੀਦਾ ਨਾ, ਉਸ ਰਾਖ ਵਿੱਚੋਂ ਆਪੇ ਹੀ ਨਵੇਂ ਕੁਕਨਸ ਦੇ ਆਂਡੇ ਪੈਦਾ ਹੋ ਜਾਂਦੇ ਨੇ। ਆਂਡੇ ਪੈਦਾ ਕਰਨ ਲਈ ਮੇਲ ਫੀਮੇਲ ਦੀ ਲੋੜ ਨਹੀਂ, ਬਸ ਇੱਕ ਕੁਕਨਸ ਬਸੰਤ ਦੇ ਅੰਦਰ ਦੀਪਕ ਰਾਗ ਅਲਾਪੇਗਾ, ਸੜ ਕੇ ਸਵਾਹ ਹੋ ਜਾਏਗਾ। ਪਰ ਸਵਾਹ ਹੁੰਦੇ ਹੁੰਦੇ ਕਈ ਕੁਕਨਸ ਦੇ ਆਂਡਿਆਂ ਨੂੰ ਜਨਮ ਦੇਗਾ। ਇਹ ਸਿੱਖੀ ਵੀ ਕੁਕਨਸ ਵਰਗੀ ਹੈ। ਉਹਨਾਂ ਨੇ ਤਾਂ ਸੋਚਿਆ ਸੀ ਵੀ ਯਾਸਾ ਦੇ ਕਾਨੂੰਨ ਦੇ ਤਹਿਤ ਸ਼ਹੀਦ ਕਰਕੇ ਅੱਜ ਗੱਲ ਮੁਕਾਵਾਂਗੇ, ਪਰ ਗੁਰੂ ਪਿਆਰੀ ਸਾਧ ਸੰਗਤ ਉਸ ਸ਼ਹਾਦਤ ਵਿੱਚੋਂ ਦੇਖੋ ਅਕਾਲ ਤਖਤ ਪ੍ਰਗਟ ਹੋਇਆ। ਉਹ ਪ੍ਰਗਟ ਹੋਇਆ ਜਿਹਨੂੰ ਕਿਹਾ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ। ਖੈਰ, ਮੈਂ ਬੇਨਤੀ ਕਰਾਂ, ਹੁਣ ਤੁਸੀਂ ਸੋਚੋ, ਅਸਾੜ ਦਾ ਮਹੀਨਾ ਤਪਦਾ ਹੈ। ਅਸਾੜ ਦਾ ਮਹੀਨਾ ਕਿੰਨਾ ਤਪਦਾ ਹੈ? ਤਵੀ ਤਪਦੀ ਹੈ, ਅੱਗ ਜ਼ੋਰਾਂ ਤੇ ਹੈ, ਰੇਤਾ ਤਪਦਾ ਹੈ, ਤਪਾਉਣ ਵਾਲੇ ਤਪਦੇ ਨੇ। ਪਰ ਉਹ ਸ਼ਾਂਤੀ ਸਬਰ ਦੇ ਮੁਜੱਸਮੇ ਜਿਹੜੇ ਕਹਿੰਦੇ ਸਨ, ਏਕਾ ਟੇਕ ਮੇਰਾ ਮਨਚੀਤ, ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ, ਉਸ ਤਤੀ ਤਵੀ ਤੇ ਅਡੋਲ ਚਿੱਤ ਬੈਠੇ ਨੇ। ਸਤਿਗੁਰੂ ਜੀ ਦੇ ਪਰਮ ਮਿੱਤ ਸਾਈਂ ਮੀਆਂ ਮੀਰ ਜੀ, ਸਾਈਂ ਮੀਆਂ ਮੀਰ ਜੀ ਦ੍ਰਿਸ਼ ਜਦੋਂ ਮਿਲਣ ਆਏ ਨਾ, ਉਹਨਾਂ ਨੇ ਅੱਖਾਂ ਰਾਹੀਂ ਉਹ ਦ੍ਰਿਸ਼ ਵੇਖਿਆ ਤੇ ਉਹ ਰੋ ਪਏ। ਕਿਸੇ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ, ਕਹਿੰਦੇ ਚਾਰੋਂ ਤਰਫੋਂ ਅੱਗ ਬਰਸੇ। ਅੱਗ ਹੀ ਬਰਸ ਰਹੀ ਸੀ ਨਾ, ਮਹੀਨਾ ਵੀ ਤਪਦਾ ਸੀ, ਤਵੀ ਵੀ ਤਪਦੀ ਸੀ, ਅੱਗ ਵੀ ਜ਼ੋਰਾਂ ਤੇ ਸੀ। ਚਾਰੋਂ ਤਰਫੋਂ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਇੰਨਾ ਸੇਕ ਤਨ ਸੜਦਾ ਸੀ। ਚਾਰੋਂ ਤਰਫੋਂ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ
जुस्सा सच्ची सरकार दा। जुस्सा पंजाबी दा अल्फाज है, जुस्सा कहने बॉडी नू, शरीर नू। चारों तरफों अग बरसे सेक सी तन साड़दा, छाले छाले हो गया जुस्सा सच्ची सरकार दा। साईं मियां मेरे डिठा हाल आ जद यार दा, ਉਹ ਹੋ ਵਿਆकुल रो पिया ਢਾਈ ਤੇ ਚੀਸਾਂ ਮਾਰਦਾ। ਸਾਈਂ ਮੀਆਂ ਮੇਰੇ रो पे सुन सतगुर के आ मियां छोड़ो प्रीति चाम से, क्या हुआ तन जल रहा है, हम शांत हैं हर नाम से। की हो गया साईं जी, तन जल रहा है ना, मन शांत है, मन नाम में टिकिया है, रब नाल जुड़िया है। की हो गया अज श्री हरमंदर साहब दे मखमली गद्दे दी थां ते तत्ती तवी आ गई है। सिर दे चंदोए कलस चवर दी थां ते गरम रेता है। पर सच जानना साईं जी, जे कदी मैं हरमंदर साहब दे मखमली गद्दे ते बह के किया सी, अज मैं तत्ती तवी ते बह के भी ओही बचन दोहरावांगा कि हर का नाम हृदय नित ध्याई, संगी साथी सगल तराई, गुर मेरे संग सदा है नाले, सिमर सिमर ते सदा संभाले, तेरा किया मीठा लागै हर नाम पदार्थ, नानक मांगै। जे मैं मखमली गद्दे ते बह के किया सी, तत्ती तवी ते बह के भी कवांगा असाड़ तपंदा तिस लगै हर नाह न जिन्ना पास। जे मैं मखमली गद्दे ते बह के किया सी, अज तत्ती तवी ते बह के भी कवांगा चंदन चंदन सरद रुत, मोल न मिटही काम, शीतल थी वह नानका जपंदड़ो हर नाम। जे मैं मखमली गद्दे ते बह के किया सी, अज तत्ती तवी ते बह के भी कवांगा सोए सुनंदड़ी मेरा तन मन मोला, नाम जपंदड़ी लाली, पंध जुलंदड़ी मेरा अंदर ठंडा, गुरदर्शन देख निहाली। जे कदी मैं मखमली गद्दे ते बह के किया सी ना, अज मैं तत्ती तवी ते बह के भी कवांगा साजनड़ा मेरा साजनड़ा, निकट खलोड़ा मेरा साजनड़ा। जे मैं कदी मखमली गद्दे ते बह के सुखमनी साहब उचारण कीती सी ना, अज मैं तत्ती तवी ते बह के भी सुखमनी गावांगा। पांदी ननकानवी ने ताही लिखिया ना, कहंदा जिंदे सीस ते कदी सी कलस झुलदे, गरम बालू दे कड़छे पवारिया सी, कई पैर अंग्यारां दी सेज बह के तन अपना साड़ वखारिया सी। सीना तपदा जगदा ठारने नू तन अपना साड़ वखारिया सी, कहना सौखा ते सुनना भी बड़ा सौखा, औखी गल है अमल कमान वाली, वो ता आत्मा ही केवल रब दी सी, तत्ती तवी ते सुखमनी गाउण वाली। वो ता आत्मा ही केवल रब दी सी, तत्ती तवी ते सुखमनी गाउण वाली। साईं जी क्या हुआ तन जल रहा है, हम शांत हैं हर नाम से। अखीर तक मैं एक वचन कह के समाप्ति वल वधांगा। प्रोफैसर साहिब सिंह जी डी.लिट डॉक्टर ऑफ लिटरेचर, जिन्हों ने पूरे गुरु ग्रंथ साहिब महाराज का गुरबानी ग्रामर के मुताबिक सटीक किया है, दर्पण किया, वो अपने कॉलेज जो खालसा कॉलेज के अंदर पढ़ाते सन, ਜਿਹੜੇ ਲੈਕਚਰ ਕਰਦੇ ਸਨ, ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਗੁਰਮਤ ਦੇ ਲੈਕਚਰਾਂ ਨੂੰ ਐਡਿਟ ਕਰਕੇ ਇੱਕ ਬੁੱਕ ਲਿਖੀ ਗਈ, ਬਬਾਣੀਆਂ ਕਹਾਣੀਆਂ। ਬਬਾਣੀਆਂ ਕਹਾਣੀਆਂ ਦੇ ਅੰਦਰ ਇੱਕ ਬੜਾ ਪਿਆਰਾ ਬਚਨ ਲਿਖਦੇ ਨੇ, ਕਹਿੰਦੇ ਤਿੰਨ ਇਤਿਹਾਸ ਸਾਡੇ ਸਾਹਮਣੇ ਨੇ। ਪਹਿਲਾ ਇਤਿਹਾਸ ਹੈ ਹਰਨਾਕਸ਼ ਦੀ ਕਚਹਿਰੀ ਦਾ। ਹਰਨਾਕਸ਼ ਨੇ ਆਪਣੀ ਕਚਹਿਰੀ ਦੇ ਅੰਦਰ ਪ੍ਰਹਿਲਾਦ ਨੂੰ ਕਿਹਾ ਸੀ ਤੂੰ ਤਪਦੇ ਥੰਬ ਨੂੰ ਗਲਵਕੜੀ ਪਾਣੀ ਹੈ। ਕਹਿੰਦੇ ਜਦੋਂ ਪ੍ਰਹਿਲਾਦ ਨੂੰ ਕਿਹਾ ਗਿਆ ਨਾ ਤਪਦੇ ਥੰਬ ਨੂੰ ਗਲਵਕੜੀ ਪਾਣੀ ਹੈ, ਪ੍ਰਹਿਲਾਦ ਡੋਲ ਗਿਆ, ਡਰ ਗਿਆ ਵੀ ਮੈਂ ਕਿਸ ਤਰ੍ਹਾਂ ਤਪਦੇ ਥੰਬ ਨੂੰ ਗਲਵਕੜੀ ਪਾਵਾਂਗਾ। ਇਤਿਹਾਸ ਕਹਿੰਦਾ ਹੈ ਕਿ ਰੱਬ ਨੇ ਕੀੜੀ ਦੇ ਰੂਪ ਦੇ ਅੰਦਰ ਥੰਬ ਦੇ ਦਰਸ਼ਨ ਦਿੱਤੇ। ਤਾਂ ਇੱਕ ਆਮ ਧਾਰਨਾ ਪੜੀ ਜਾਂਦੀ, ਕੀੜੀ ਨਾ ਬੰਦੋ ਰਾਮਾ ਪ੍ਰਹਿਲਾਦ ਡੋਲ ਜਾਂਦਾ, ਜੇ ਤੂੰ ਨਾ ਆਉਂਦੋ ਰਾਮਾ ਪ੍ਰਹਿਲਾਦ ਡੋਲ ਜਾਂਦਾ। प्रहलाद के मन अंदर विश्वास आया कि जे कीड़ी का कुछ नहीं बिगड़िया, मेरा की बिगड़ना। प्रहलाद ने तपदे थंब नूं गलवकड़ी पाई। असी बाणी दे भी बचन पढ़दे आ, राजा राम माया फेरी, रब ने तक अग का सुभाव बदल दिता, अग ठंडी हो गई, प्रहलाद का सिदक निभ गया। फिर जिक्र पढ़दे आ नमरूद की कचहरी का। नमरूद ने अपनी कचहरी अंदर हजरत इब्राहिम नूं कहा सी तू बखदे अंगियारियां ते पैर रखना है।
हजरत इब्राहिम डर गया भी मैं किस तरह पख दे अंगियारियां ते पैर रखांगा, पर कहते अल्लाह ताला दी आवाज आई, इब्राहिम तू पैर रख, घबरा ना, ये अंगियारे ना फुल बन जाएंगे। और वाकई इब्राहिम ने जो ही अंगियारियां ते पैर रखिया ना, अंगियारे फुल बन गए, सिदक निभ गया। ਹੁਣ ਪ੍ਰੋਫੈਸਰ ਸਾਹਿਬ ਸਿੰਘ ਦੋ ਗੱਲ ਲਿਖਦੇ ਨੇ, ਕਹਿੰਦੇ ਮੰਨ ਲਓ ਜੇ ਕਿਤੇ ਕੀੜੀ ਦੇ ਰੂਪ ਦੇ ਅੰਦਰ ਦਰਸ਼ਨ ਨਾ ਹੁੰਦੇ, ਅੱਗ ਆਪਣਾ ਸੁਭਾਅ ਨਾ ਬਦਲਦੀ, ਤੇ ਸਵਾਲ ਖੜਾ ਸੀ ਨਾ ਕਿ ਪਹਿਲਾਦ ਦਾ ਸਿਦਕ ਨਿਭਦਾ ਕਿ ਨਾ ਨਿਭਦਾ। ਇਸੇ ਤਰ੍ਹਾਂ ਅੱਲਾਹ ਤਾਲਾ ਦੀ ਆਵਾਜ਼ ਨਾ ਆਂਦੀ, ਅੰਗਿਆਰੇ ਫੁੱਲ ਨਾ ਬਣਦੇ, ਸਵਾਲ ਖੜਾ ਸੀ ਕਿ ਇਬਰਾਹਿਮ ਦਾ ਸਿਦਕ ਨਿਭਦਾ ਕਿ ਨਾ ਨਿਭਦਾ, ਸਵਾਲ ਖੜਾ ਹੈ। पर अज वेखो लाहौर दा शाही दरबार, हालांकि गुरु अर्जन देव सच्चे पातशाह रब ने तरन गगन नवखंड में जोत स्वरूपी रहो भर, भन मथुरा कछ भेद नहीं गुरु अर्जन परतक हर। अग भी उन्हां दे हुक्म दे विच है, भै विच अगन कढै वेगार। अग उन्हां दे हुक्म दे विच है, पानी उन्हां दे हुक्म विच है, भै विच चलै लख दरियाओ। महाराज सब कर सकते ने, महाराज की नहीं कर सकते सन, चंदू का मन भी बदल सकते सन, पर एक पूरने पाने सन साडे लई, सिदक दे सबर दे पाने नूं मिठा करके मनन दे। हुण तुसीं आप देखो वो समा वेखो कैसा है लाहौर दा शाही दरबार, कोई अग दा सुभाअ नहीं बदलिया, अग उसे तरह जोरां ते है। पर गुरु अर्जन देव महाराज कहते अग तो जोरां ते है, पर परमात्मा दी टेक, परमात्मा दा आसरा अखीर तक तकिया, ते परमात्मा दी कृपा मेरा सिदक निभ गया। महाराज दे कदी बचन पढ़ो रब्बी बाणी दे, ओढ़क निभही प्रीत सेवक की, ओढ़क निभही प्रीत, ओढ़क कहते अखीर, महाराज कहते अखीर तक मेरी प्रीत निभ गई, मेरा सबर संतोख निभ गया, मेरी लाज रख ली। तो गुरु प्यारी साध संग समा हो गया, असीं एक पंछी झात मारी है गुरु अर्जन देव सच्चे पातशाह दे जीवन ते, कि महाराज ने ता जिंदगी विसाह ते भरोसे की परिक्रमा की, सानू भी प्रेरणा दी कि तजो सियाणप सुरजनो सिमरो हर हर राय, एक आस हर मन रखो, नानक दुख परम पाओ जाए। अष्टपदी मानुक की टेक वृथि सब जान, देवन को एक है भगवान, जिसका दिया रह अघाए, बहु न तृष्णा लागे आए। एका टेक मेरा मन चीत, मैं सब की छोड़ प्रभ तू ही त्याया, तेहर तेहर छड़ तू गुर का शब्द पछाड़। तो गुरु अर्जन देव सच्चे पातशाह के जीवन तो यह प्रेरणा लईए कि सज्जे खब्बे की झाक छड़ के एक परमात्मा की टेक, एक परमात्मा का आसरा तकीए। विचारा करते एक नहीं बेअंत भुलां हो गया होणगियां, भुलां ना चितारनियां, फिर सतगुरु ने कदी सबब बनाया आप जी का इसे तरह विचारा नहीं, आप जी के दर्शन करांगे, सेवा करांगे, भुलां चुकां दी खिमा कज के फतेह गजाओ जी। वाहिगुरु जी का खालसा, वाहिगुरु जी की फतेह।